ਸਾਬਕਾ ਮੰਤਰੀ ਸਾਹਿਬ ਬੈਠੇ रो रहे सी, ਉਹਨਾਂ ਦੇ ਪਰਿਵਾਰਕ ਮੈਂਬਰ ਬੈਠੇ ਹੰਝੂ ਜੇ ਪੂੰਝ ਰਹੇ ਵੀ ਚਲੋ ਕੋਈ ਨਾ ਹਨਾ। ਭ੍ਰਿਸ਼ਟਾਚਾਰ ਕੀਤਾ, ਉਦੋਂ ਬਾਅਦ ਤੁਸੀਂ ਰਿਸ਼ਵਤਾਂ ਦੇ ਰਹੇ ਹੋ। ਘੁਟਾਲੇ ਕਰਨ ਵੇਲੇ ਤੁਹਾਨੂੰ ਨਹੀਂ ਪਤਾ ਲੱਗਿਆ? ਸਰਕਾਰੀ ਖਜ਼ਾਨੇ ਦੇ ਉੱਪਰ 125 ਕਰੋੜ ਦਾ ਚੂਨਾ ਲੱਗਿਆ। ਉਹ ਸਰਕਾਰੀ ਖਜ਼ਾਨੇ ਦੇ ਉੱਪਰ ਨਹੀਂ ਸੀ, ਉਹ ਆਮ ਲੋਕਾਂ ਦਾ ਪੈਸਾ ਸੀ। ਕਿਹਾ ਤਾਂ ਇੱਥੋਂ ਤੱਕ ਵੀ ਜਾ ਰਿਹਾ ਕਿ ਮਤਲਬ ਨਾਲ ਇੱਕ ਮਸ਼ੀਨ ਵੀ ਲੈ ਕੇ ਆਈ ਸੀ ਨੋਟ ਗਿਣਨ ਵਾਲੀ। ਕਹਿੰਦੇ ਵੀ ਕਿਤੇ ਕਈ ਵਾਰੀ ਥੁੱਕ ਧੱਕਣਾ ਨਾ ਮੁੱਕ ਜੇ, ਅਸੀਂ ਬੰਦੇ ਦੋ ਹੀ ਆ, ਮੈਂ ਤੇ ਮੇਰਾ ਪੀਏ, ਥੁੱਕ ਨਾ ਮੁੱਕ ਜੇ। ਪਰ ਉਹ ਕਹਿੰਦੇ ਫੌਜਾ ਸਿੰਘ ਸਰਾਰੀ ਦੀ ਤਾਂ ਆਡੀਓ ਲੀਕ ਹੋ ਗਈ। ਫੌਜਾ ਸਿੰਘ ਸਰਾਰੀ ਦੀ ਆਡੀਓ ਜਿਹੜੀ ਆ ਸਾਹਮਣੇ ਆ ਗਈ, ਤੁਸੀਂ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ? ਵਿਜੇ ਸਿੰਗਲਾ ਨੂੰ ਇੱਕ ਵਾਰੀ ਤੁਸੀਂ ਜੇਲ੍ਹ ਦੀ ਹਵਾ ਖਵਾਈ ਆ, ਉਸ ਤੋਂ ਬਾਅਦ ਉਹ ਹੁਣ ਸ਼ਰੇਆਮ ਖੁੱਲ੍ਹੇਆਮ ਜਿਹੜੇ ਹੈਗੇ ਉਹ ਘੁੰਮ ਰਹੇ ਆ, ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ? 17 ਤੋਂ ਲੈ ਕੇ 22 ਤੱਕ ਦਾ ਇੱਕ ਰਿਕਾਰਡ ਆ, ਉਹ ਰਿਕਾਰਡ ਦੇ ਵਿੱਚ ਵਿਜੀਲੈਂਸ ਨੇ ਹੁਣ ਤੱਕ ਰਿਸ਼ਵਤ ਲੈਂਦੀ ਫੜਿਆ। ਇਹ ਪਹਿਲਾ ਬੰਦਾ ਜਿਹੜਾ ਰਿਸ਼ਵਤ ਦਿੰਦਾ ਫੜਿਆ ਗਿਆ, ਇਹ ਤਾਂ ਉਹੀ ਮਾਰਿਆ ਗਿਆ। ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਨਾਲ। ਮੈਂ ਹਾਂ ਗੌਰਵ। ਮੌਜੂਦਾ ਭਾਜਪਾ ਆਗੂ ਅਤੇ ਸਾਬਕਾ ਕਾਂਗਰਸੀ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ 50 ਲੱਖ ਰੁਪਏ ਦੀ ਪੇਸ਼ਕਸ਼ ਦੇ ਦੋਸ਼ ਦੇ ਵਿੱਚ, ਰਿਸ਼ਵਤ ਦੇਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬੀਤੀ 15 ਅਕਤੂਬਰ ਨੂੰ। ਕੀ ਹੈ ਪੂਰਾ ਮਾਮਲਾ, ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਾਡੇ ਸਹਿਯੋਗੀ ਜਸ ਗਰੇਵਾਲ ਮੌਜੂਦ ਨੇ। ਜਸ, ਕੀ ਮਾਮਲਾ ਪੂਰਾ ਕਿਵੇਂ ਦੇਖਦੇ ਹੋ? ਮਾਮਲੇ ਤੋਂ ਪਹਿਲਾਂ ਜਿਹੜੀ ਤਸਵੀਰ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਨਾ, ਉਹ ਤੇ ਗੱਲ ਕਰ ਲਈਏ। ਉਹ ਤਸਵੀਰ ਦੇਖ ਕੇ ਹਾਸੇ ਵੀ ਆਉਂਦੀ ਆ। ਆਪਾਂ ਡੋਲੀ ਤੁਰਦੀ ਦੇਖੀ ਹੁੰਦੀ ਹੈ ਸਾਰਿਆਂ ਨੇ, ਹਨਾ। ਜਦੋਂ ਜਿਹੜੀ ਬਹੂ ਆ ਉਹਨੂੰ ਬਿਠਾਉਣ ਲੱਗਦੇ ਆ, ਕਦੇ ਬਾਪੂ ਜੱਫੀ ਪਾ ਲੈਂਦਾ, ਕਦੇ ਮਾਂ ਜੱਫੀ ਪਾ ਲੈਂਦੀ ਆ, ਕਦੇ ਭਾਈ ਪਾ ਲੈਂਦਾ, ਫਿਰ ਉਹ ਐਂ ਹੰਝੂ ਜੇ ਪੂੰਝਦੇ, ਹਨਾ। ਜਾਂ ਜਦੋਂ ਕੋਈ ਜਵਾਕ ਜਿਹੜਾ ਸਕੂਲ ਜਾਂਦਾ ਹੁੰਦਾ, ਹਨਾ, ਵੀ ਕੋਈ ਨਹੀਂ ਪੁੱਤ ਵਗ ਜਾ, ਅੱਜ ਟੌਫੀਆਂ ਲੈ ਕੇ ਵਗ ਜਾ, ਉਹ ਸੀਨ ਸਾਹਮਣੇ ਆ ਗਿਆ। ਵੀ ਬੈਠੇ ਮੰਤਰੀ ਸਾਹਿਬ, ਸਾਬਕਾ ਮੰਤਰੀ ਸਾਹਿਬ ਬੈਠੇ रो रहे ਸੀ, ਉਹਨਾਂ ਦੇ ਪਰਿਵਾਰਕ ਮੈਂਬਰ ਬੈਠੇ ਹੰਝੂ ਜੇ ਪੂੰਝ ਰਹੇ ਵੀ ਚਲੋ ਕੋਈ ਨਾ ਹਨਾ। ਮਤਲਬ ਗੱਲ ਇਹ ਆ ਕਿ ਘੁਟਾਲੇ ਕੀਤੇ, ਭ੍ਰਿਸ਼ਟਾਚਾਰ ਕੀਤਾ, ਉਦੋਂ ਬਾਅਦ ਤੁਸੀਂ ਰਿਸ਼ਵਤਾਂ ਦੇ ਰਹੇ ਹੋ। ਅੱਛਾ, ਘੁਟਾਲੇ ਕਰਨ ਵੇਲੇ ਤੁਹਾਨੂੰ ਨਹੀਂ ਪਤਾ ਲੱਗਿਆ? ਜਦੋਂ ਤੁਸੀਂ ਐਡਾ ਵੱਡਾ ਚੂਨਾ ਲਾਈ ਜਾਂਦੇ ਹੋ, ਉਦੋਂ ਨਹੀਂ ਤੁਹਾਨੂੰ ਪਤਾ ਲੱਗਿਆ? ਹੁਣ ਹੈ ਕੀ ਚੀਜ਼ ਆ ਮਾਮਲਾ? ਕਿ ਤੁਸੀਂ ਮਾਮਲੇ ਦੀ ਗੱਲ ਕਰੀ ਆ, 32 ਏਕੜ ਜ਼ਮੀਨ ਸੀ JCT ਇਲੈਕਟ੍ਰੋਨਿਕਸ ਦੀ, ਠੀਕ ਹੈ। ਉਹ ਜ਼ਮੀਨ ਨੂੰ ਕੌਡੀਆਂ ਦੇ ਭਾਅ ਮੰਤਰੀ ਸਾਹਿਬ ਨੇ ਵੇਚਤਾ ਜਦੋਂ ਇਹ ਆਪਦੇ ਮੰਤਰੀ ਹੋਏ ਹੁੰਦੇ ਸੀ, ਹੈ ਨਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ, ਜਦੋਂ ਉਹਨਾਂ ਦਾ 111 ਦਿਨ ਦਾ ਪੀਰੀਅਡ ਜਿਹੜਾ ਆਉਂਦਾ ਆ, ਤਾਂ ਉਦੋਂ ਇਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ, ਉਦੋਂ ਪਾਸੇ ਹੋ ਗਏ ਸੀ, ਹੈ ਨਾ। ਤਾਂ ਕੌਡੀਆਂ ਦੇ ਭਾਅ ਉਹ ਜ਼ਮੀਨ ਜਿਹੜੀ ਆ ਵੇਚਤੀ। ਹਾਲਾਂਕਿ ਇਹ ਨਹੀਂ ਕਹਿ ਸਕਦੇ ਵੀ ਉਹਦੀ ਜਾਂਚ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਕਰਵਾਈ, ਜਾਂਚ ਉਹਦੀ 2 ਵਾਰੀ ਹੋਈ। ਜਾਂਚ ਦੇ ਵਿੱਚ ਪਤਾ ਕੀ ਲੱਗਿਆ? ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਸਰਕਾਰੀ ਖਜ਼ਾਨੇ ਤੇ 125 ਕਰੋੜ ਦਾ ਚੂਨਾ ਲੱਗਿਆ ਸਿੱਧਾ। ਹੁਣ ਜਦੋਂ ਚੂਨੇ ਦਾ ਪਤਾ ਲੱਗ ਗਿਆ, ਸੁਭਾਵਿਕ ਤੌਰ ਤੇ ਅੰਦਰ ਖਾਤੇ ਪਤਾ ਤਾਂ ਇਹ ਵੀ ਲੱਗ ਗਿਆ ਹੋਣਾ ਕਿ ਕੀਤਾ ਕਿਹਨੇ ਆ। ਜਦੋਂ ਇਹਨਾਂ ਨੇ ਕੀਤਾ ਤਾਂ ਉਦੋਂ ਬਾਅਦ ਜਦੋਂ ਜਾਂਚ ਅੱਗੇ ਆਉਣੀ ਸੀ, ਕਹਿੰਦੇ ਜਾਂਚ ਜਿਹੜੀ ਰੋਕ ਦਿੱਤੀ ਜਾਂਦੀ ਸੀ। 2 ਵਾਰੀ ਜਾਂਚ ਇਦੋਂ ਪਹਿਲਾਂ ਰੁਕ ਗਈ ਕਿ ਭਾਈ ਇਹਨਾਂ ਤੱਕ ਜਿਹੜੀ ਆ ਪਹੁੰਚ ਨਾ ਜਾਵੇ। ਤਾਂ ਹੁਣ ਇੱਕ ਹੋਰ ਵੀ ਗੱਲ ਹੈ, ਇੱਥੇ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ। ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂਦੇ ਆ ਭਾਜਪਾ ਦੇ ਵਿੱਚ, ਉਹਨਾਂ ਦੇ ਨਾਲ ਜਿਹੜੇ ਹੈਗੇ ਇਹ ਸ਼ਾਮਲ ਹੁੰਦੇ ਆ। ਇਹ ਵੀ ਸ਼ਾਇਦ ਤਾਂ ਹੀ ਗਏ ਹੁਣ ਵੀ ਕੇਂਦਰ ਦੇ ਵਿੱਚ ਸਾਡੀ ਸਰਕਾਰ ਆ, ਕਿਹੜਾ ਇੱਥੇ ਹੱਥ ਪੈਣਾ ਆ। ਪਰ ਇੱਥੇ ਇਹਨਾਂ ਨੂੰ ਜਿਹੜਾ ਹੈਗਾ ਹੱਥ ਪੈ ਗਿਆ। ਇਹ ਹੋਰ ਦੋਸ਼ਾਂ ਦੇ ਵਿੱਚ ਵੀ ਹੋਰ ਵੀ ਇਹਨਾਂ ਦੇ ਉੱਪਰ ਦੋਸ਼ ਹੈਗੇ, ਕਿਉਂਕਿ ਉਦੋਂ ਇਹ ਉਦਯੋਗ ਮੰਤਰੀ ਹੁੰਦੇ ਸੀ। 2012 ਦੇ ਵਿੱਚ MLA ਬਣਦੇ ਨੇ, 2017 ਦੇ ਵਿੱਚ ਫਿਰ ਹੁਸ਼ਿਆਰਪੁਰ ਤੋਂ MLA ਬਣਦੇ ਨੇ, 2022 ਦੇ ਵਿੱਚ ਟਿਕਟ ਮਿਲਦੀ ਹੈ। 2022 ਦੀ ਟਿਕਟ ਦੇ ਉੱਪਰ ਜਿਹੜੇ ਹੈਗੇ ਉਦੋਂ ਇਹ ਚੋਣ ਲੜਦੇ ਨੇ ਕਾਂਗਰਸ ਦੇ ਵੱਲੋਂ। ਚੋਣਾਂ ਜਿਹੜੀਆਂ ਨੇ ਉਸ ਵੇਲੇ ਇਹ ਹਾਰ ਜਾਂਦੇ ਨੇ। ਤਾਂ ਗੱਲ ਇੱਥੇ ਇਹ ਆ ਯਾਰ ਕਿ 125 ਕਰੋੜ ਦਾ ਚੂਨਾ ਤੁਸੀਂ ਲਾਤਾ। ਹੁਣ ਤੁਸੀਂ 1 ਕਰੋੜ ਜਿਹੜਾ ਰਿਸ਼ਵਤ ਦੇਣ ਦੀ ਪੇਸ਼ਕਸ਼ ਚੱਕੀ ਬੈਠੇ ਹੋ, 1 ਕਰੋੜ ਰੁਪਇਆ ਰਿਸ਼ਵਤ ਦੇ ਦੇਣ। ਕਿਉਂ ਬਈ, ਕੀ ਗੱਲ ਬਈ? ਜਿਵੇਂ ਮਰਜ਼ੀ ਤੁਸੀਂ ਕਰੀ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂ, ਇੱਥੇ ਇੱਕ ਗੱਲ ਹੋਰ ਆ, ਇੱਥੇ ਇੱਕ ਸਲਾਹਿਤਾ ਜ਼ਰੂਰ ਬਣਦੀ ਆਮ ਆਦਮੀ ਪਾਰਟੀ ਦੀ। ਉਹ ਕੀ ਆ? ਇਦੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿਰਫ ਕਾਂਗਰਸੀਆਂ ਨੂੰ ਹੱਥ ਪੈ ਰਿਹਾ, ਅਕਾਲੀਆਂ ਨੂੰ, ਅਕਾਲੀ ਵਾਲਿਆਂ ਨੂੰ ਹੱਥ ਪਾ ਰਿਹਾ, ਪਰ ਭਾਜਪਾ ਵਾਲਿਆਂ ਨੂੰ ਹੱਥ ਨਹੀਂ ਪਾ ਰਹੇ। ਤੇ ਹੁਣ ਜਨਾਬ ਜੀ ਨੂੰ ਜਿਹੜਾ ਹੈਗਾ ਉਹ ਚੱਕ ਕੇ ਜਦੋਂ ਉਹਨਾਂ ਨੇ ਅੰਦਰ ਕਰਤਾ, ਹੱਥ ਪਾ ਲਿਆ। ਹੋਰ ਗੱਲ ਦੇਖੋ, ਮਤਲਬ ਬੰਦਾ ਇੰਨਾ ਕੌਨਫੀਡੈਂਟ ਹੋ ਕੇ ਗਿਆ ਖੁਦ ਕਿ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਹੀ ਜਾ ਕੇ ਕਰੋੜ ਰੁਪਇਆ ਦੇ ਕੇ ਆਊਂ। ਉਹਦਾ ਵੀ ਹੁਣ ਇੱਕ ਕਾਰਨ ਆ, ਉਹ ਕਹਿੰਦੇ ਜਿਹੜੇ AIG ਨੇ ਮਨਮੋਹਨ ਕੁਮਾਰ, ਉਹ ਇਹਨਾਂ ਦੇ ਖੁਦ ਦੇ ਏਰੀਏ ਦੇ ਨੇ। ਤੇ ਇੰਨਾ ਕੁ ਭਰੋਸਾ ਇਹਨਾਂ ਨੇ ਜਤਾ ਲਿਆ, ਉਹਨਾਂ ਤੇ ਇੰਨਾ ਕੁ ਭਰੋਸਾ ਇਹਨਾਂ ਨੇ ਕਰ ਲਿਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਜਾ ਕੇ ਮੈਂ ਜਿਹੜਾ ਹੈਗਾ ਰਿਸ਼ਵਤ ਦੇ ਆਉਣਾ। 14 ਅਕਤੂਬਰ ਨੂੰ ਉਹਨਾਂ ਦੇ ਘਰੇ ਜਾਂਦੇ ਨੇ, ਸ਼ਾਇਦ ਡੇਟ ਇੱਧਰ ਉੱਧਰ ਹੋ ਸਕਦੀ ਹੈ। 14 ਅਕਤੂਬਰ ਦੇ ਘਰੇ ਜਾਂਦੇ ਨੇ, ਹਾਲਾਂਕਿ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਡੈਥ ਹੋਈ ਸੀ ਉਸ ਮਾਮਲੇ ਦੇ ਵਿੱਚ। ਹਾਲਾਂਕਿ ਆਪਦਾ ਮਾਮਲਾ ਸੁਲਟਾਉਣ ਦੇ ਲਈ ਤਾਂ ਜਾਂਦੇ ਨੇ, ਉੱਥੇ ਗੱਲਬਾਤ ਕਰ ਲੈਂਦੇ ਨੇ ਤੇ ਕਿ ਭਾਈ 1 ਕਰੋੜ ਦੀ ਰਿਸ਼ਵਤ ਉਹ ਕਰੂੰਗਾ, ਮਾੜੀ ਜੀ ਹਿਸਾਬ ਕਿਤਾਬ ਰੱਖਿਓ ਮੇਰੇ ਨਾਲ, ਠੀਕ ਹੈ। ਉਸ ਤੋਂ ਬਾਅਦ ਇਹ ਗੱਲ ਜਿਹੜੀ ਹੈਗੀ ਆ
ਉੱਚ ਅਧਿਕਾਰੀਆਂ ਤੱਕ ਪਹੁੰਚ ਜਾਂਦੀ ਆ ਤਾਂ ਫਿਰ ਜਾਲ ਬੁਣ ਲਿਆ ਜਾਂਦਾ ਕਿ ਕੋਈ ਚੱਕਰ ਨਹੀਂ, ਮੰਤਰੀ ਸਾਹਿਬ ਨੂੰ ਆਉਣ ਦਿਓ, ਬਿਠਾਉਣੇ ਆ ਗੱਡੀ ਦੇ ਵਿੱਚ। ਫੋਨ ਕਰਦੇ ਨੇ ਮੰਤਰੀ ਸਾਹਿਬ, ਕਹਿੰਦੇ ਨੇ ਜੀ ਕਿੱਥੇ ਨੇ AIG ਸਾਹਿਬ, ਅਤੇ AIG ਸਾਹਿਬ ਉਹਨਾਂ ਨੂੰ ਸੱਦ ਲੈਂਦੇ ਨੇ ਕਿ ਮੈਂ ਇਸ ਮਾਲ ਦੇ ਕੋਲੇ ਆ, ਜੀਰਕਪੁਰ ਦੇ ਕੋਲੇ ਕੋਈ ਮਾਲ, ਉੱਥੇ ਆਉਂਦੇ ਨੇ। ਅਟੈਚੀ ਹੱਥ ਦੇ ਵਿੱਚ ਹੁੰਦਾ 50 ਲੱਖ ਵਾਲਾ, ਜਦੋਂ ਫੜਾਉਣ ਲੱਗਦੇ ਨੇ ਨਾਲੇ ਦਬੋਚ ਲਿਆ ਜਾਂਦਾ ਵੀ ਆਹ ਲਓ ਜੀ। ਨਾਲ ਸ਼ਾਇਦ ਦੱਸਿਆ ਜਾ ਰਿਹਾ ਇਹ PA ਵੀ ਹੈ, ਕਿਹਾ ਤਾਂ ਇੱਥੋਂ ਤੱਕ ਵੀ ਜਾ ਰਿਹਾ ਕਿ ਮਤਲਬ ਨਾਲ ਇੱਕ ਮਸ਼ੀਨ ਵੀ ਲੈ ਕੇ ਆਈ ਸੀ ਨੋਟ ਗਿਣਨ ਵਾਲੀ। ਕਹਿੰਦੇ ਵੀ ਕਿਤੇ ਕਈ ਵਾਰੀ ਥੁੱਕ ਧੱਕ ਨਾ ਮੁੱਕ ਜੇ, ਅਸੀਂ ਬੰਦੇ ਦੋ ਹੀ ਆ, ਮੈਂ ਤੇ ਮੇਰਾ PA, ਥੁੱਕ ਨਾ ਮੁੱਕ ਜੇ ਤੇ AIG ਸਾਹਿਬ ਦੇ ਮੂਹਰੇ ਨੋਟਾਂ ਵਾਲੀ ਮਸ਼ੀਨ ਰੱਖ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਨੋਟ ਗਿਣ ਲੈਣਗੇ ਵੀ ਭਾਈ 50 ਲੱਖ ਜਿਹੜਾ ਰੁਪਏ ਪੂਰੇ ਆ। ਤਾਂ ਇਹ ਚੀਜ਼ ਯਾਰ ਜਿਹੜਾ ਸਾਰਾ ਸੀਨ ਆ ਉਹ ਇਹ ਸੀਨ ਬਣਿਆ ਗਾ। ਮਾਮਲੇ ਨੂੰ ਤੁਸੀਂ ਕਹਿ ਰਹੇ ਹੋ, ਚਲੋ ਸ਼ਾਬਾਸ਼ੇ ਬਣਦੀ ਆ, ਆਪਨੇ ਚੰਗਾ ਕੰਮ ਕੀਤਾ। ਆਪਾਂ ਅੱਗੇ ਵਧੀਏ ਪਰ ਥੋੜਾ ਜਿਹਾ ਸਿਆਸਤ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਦੇ ਆਪਾਂ ਮਾਹੌਲ ਦੇਖ ਰਹੇ ਆ ਹਨਾ, ਘੁਟਾਲੇ ਹੋ ਰਹੇ ਆ, ਨਾਮ ਉੱਭਰ ਕੇ ਸਾਹਮਣੇ ਆ ਰਹੇ ਆ, ਜਾਂ ਆਪਰੇਸ਼ਨ ਲੋਟਸ ਦਾ ਸੀ, ਕਿਸ ਤਰ੍ਹਾਂ ਆਪਾਂ BJP ਵੱਲੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਵੀ ਦੇਖਿਆ ਨਾ ਕਿਵੇਂ ਖਰੀਦੋ ਫਰੋਖਤ ਚੱਲ ਰਹੀ ਹੈ। ਕੀ ਸਿਆਸਤ ਸਿਰਫ ਇੱਕ ਵਪਾਰ ਦਾ ਧੰਦਾ ਇਸੇ ਵਾਸਤੇ ਵਿੱਚ ਆਉਂਦੇ ਆ? ਅਸੀਂ ਕੋਈ ਸਿੱਖਿਆ ਦੀ ਗੱਲ ਨਹੀਂ ਕਰਦਾ, ਕੋਈ ਲੋਕਾਂ ਦੀ ਗੱਲ ਨਹੀਂ ਕਰਦਾ, ਸਿਆਸਤ ਅੱਜ ਵਪਾਰ ਹੀ ਬਣ ਕੇ ਰਹਿ ਗਈ ਹੈ। ਬਿਲਕੁਲ ਇਹੀ ਗੱਲ ਆ। ਇਦੋਂ ਪਹਿਲਾਂ ਇੱਕ ਥੋੜਾ ਜਿਹਾ ਆਨਸਰ ਰਹਿ ਗਿਆ ਸੀ ਕਿ ਉਸ ਜਿਹੜੇ ਹੈਗੇ ਆ ਪੁਲਿਸ ਆਫਿਸਰ ਨੂੰ ਇੱਕ ਸਲਾਮ ਜ਼ਰੂਰ ਬਣਦਾ ਕਿ ਜਿਨ੍ਹਾਂ ਨੇ 1 ਕਰੋੜ ਦੀ ਜਿਹੜੀ ਆਫਰ ਆ ਉਹ ਠੁਕਰਾਤੀ। ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਇੱਕ ਚੈਨਲ ਦੇ ਉੱਪਰ, ਤਾਂ ਉਹ ਕਹਿ ਰਹੇ ਸੀ ਕਿ ਸ਼ਾਇਦ ਇਸ ਸਾਬਕਾ ਮੰਤਰੀ ਦੇ ਦਿਮਾਗ ਦੇ ਵਿੱਚ ਇੱਕ ਛਵੀ ਬਣੀ ਹੋਈ ਸੀ ਪੁਲਿਸ ਵਾਲਿਆਂ ਦੀ ਕਿ ਪੁਲਿਸ ਵਾਲੇ ਸਿਰਫ ਕਰਪਟ ਹੀ ਹੁੰਦੇ ਆ, ਪੁਲਿਸ ਵਾਲੇ ਜਿਹੜੇ ਆ ਉਹ ਪੈਸੇ ਲੈ ਲੈਂਦੇ ਆ ਅਤੇ ਉਸ ਤੋਂ ਬਾਅਦ ਮੰਨ ਜਾਂਦੇ ਆ, ਮਾਮਲਾ ਸਲਟਾ ਦਿੰਦੇ ਆ। ਪਰ ਉਹ ਕਹਿੰਦੇ ਵੀ ਨਹੀਂ, ਮਤਲਬ ਪੰਜੇ ਉਂਗਲਾਂ ਜਿਹੜੀਆਂ ਉਹ ਇੱਕੋ ਜਿਹੀਆਂ ਨਹੀਂ ਹੁੰਦੀਆਂ। ਤਾਂ ਉਸ ਅਧਿਕਾਰੀ ਨੂੰ ਤਾਂ ਯਾਰ ਇੱਕ ਸਲਾਮ ਜ਼ਰੂਰ ਬਣਦਾ ਹੈ ਵਾਕਿਆ ਦੇ ਵਿੱਚ। ਹੁਣ ਤੁਸੀਂ ਸਿਆਸਤ ਦੀ ਗੱਲ ਕਰੀਏ, ਕੀ ਸਿਆਸਤ ਸਿਰਫ ਵਪਾਰ ਬਣ ਗਿਆ? ਕੀ ਸਿਆਸਤਦਾਨਾਂ ਨੂੰ ਇਹੀ ਰਹਿ ਗਿਆ ਕਿ ਅਸੀਂ ਸਿਆਸਤ ਦੇ ਵਿੱਚ ਆਉਣਾ ਆ, ਮੰਤਰੀ ਪਦ 'ਤੇ ਆਉਣਾ ਆ, ਮੰਤਰੀ ਬਣਨਾ ਆ, ਉਸ ਤੋਂ ਬਾਅਦ ਮਨਮਾਨੀਆਂ ਕਰਨੀਆਂ ਨੇ, ਉਸ ਤੋਂ ਬਾਅਦ ਗੁਰਛੱਲੇ ਜਿਹੜੇ ਆ ਉਹ ਉਡਾਉਣੇ ਆ, ਚੰਗਾ ਪੈਸਾ ਜਿਹੜਾ ਉਹ ਕਮਾਉਣਾ? ਬਿਲਕੁਲ ਇਹ ਹੀ ਰਹਿ ਗਿਆ ਸ਼ਾਇਦ, ਕਿਉਂਕਿ ਇਦੋਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਵਾਰੀ ਵੱਟੇ ਦੇ ਵਿੱਚ ਆਉਂਦੇ ਆ, ਘੁਟਾਲੇ ਹੁੰਦੇ ਆ, ਘੁਟਾਲੇ ਹੋਰ ਵੀ ਹੋਏ ਆ, ਘੁਟਾਲੇ ਹੁੰਦੇ ਆ, ਪਰ ਉਹਨਾਂ ਘੁਟਾਲਿਆਂ ਦੇ ਵਿੱਚ ਅੱਗੇ ਨਾਮ ਨਹੀਂ ਆਉਂਦਾ, ਉਹਨਾਂ ਘੁਟਾਲਿਆਂ ਦੇ ਵਿੱਚ ਅੱਗੇ ਜਾਂਚ ਜਿਹੜੀ ਆ ਉਹ ਨਹੀਂ ਹੁੰਦੀ। ਪਰ ਸਿਆਸਤਦਾਨਾਂ ਨੇ ਸਿਰਫ, ਸ਼ਾਇਦ ਬਹੁਤੇ ਸਿਆਸਤਦਾਨਾਂ ਨੇ ਇਦੋਂ ਪਹਿਲਾਂ ਦੀ ਗੱਲ ਕਰ ਲਈ, ਹਾਲੇ ਤਾਂ ਹੋਰ ਬਹੁਤ ਘੁਟਾਲੇ ਖੁੱਲ੍ਹਣੇ ਆ। ਇਹ ਪਿਛਲੇ 6 ਮਹੀਨਿਆਂ ਦੇ ਵਿੱਚ ਸ਼ਾਇਦ 3 ਮੰਤਰੀ ਜਿਹੜੇ ਨੇ ਉਹ ਚੱਕ ਕੇ ਇਹਨਾਂ ਨੇ ਅੰਦਰ ਕਰਤੇ 6-7 ਮਹੀਨਿਆਂ ਦੇ ਵਿੱਚ। ਹਾਲਾਂਕਿ ਆਪਦਾ ਇੱਕ ਮੰਤਰੀ ਜਿਹੜਾ ਉਹ ਵੀ ਅੰਦਰ ਕਰਿਆ ਸੀ, ਉਹ ਵੀ ਗੱਲ ਕਰਾਂਗੇ ਹੁਣ, ਭਾਵੇਂ ਉਹ ਬਾਹਰ ਜਿਹੜਾ ਹੈਗਾ ਫਿਰਦਾ। ਬਹੁਤੇ ਸਿਆਸਤਦਾਨਾਂ ਨੇ ਇਹੀ ਚੀਜ਼ ਬਣਾਈ ਹੋਈ ਆ। ਕਿਉਂਕਿ ਇੱਕ ਗੱਲ ਹੋਰ ਦੇਖੋ ਨਾ, ਸਿਆਸਤਦਾਨਾਂ ਦੀਆਂ ਕੀ ਹੁੰਦੀਆਂ ਨੇ ਕਿ ਆਮਦਨ ਉਨੀ ਹੁੰਦੀ ਨਹੀਂ ਯਾਰ, ਇਹਨਾਂ ਦੀ ਸੰਪਤੀ ਕਿਵੇਂ ਵੱਧ ਜਾਂਦੀ ਆ। ਸਿਆਸਤਦਾਨ ਜਿਹੜੇ ਕਿਸੇ ਬਾਹਰਲੇ ਮੁਲਕਾਂ ਦੇ ਵਿੱਚ ਦੇਖ ਲਓ, ਸਿਆਸਤਦਾਨਾਂ ਦੇ ਉੱਥੇ ਘਰ ਹੁੰਦੇ, ਉੱਥੇ ਬਹੁਤ ਕੁਛ ਹੁੰਦਾ, ਜ਼ਮੀਨਾਂ। ਸ਼ਾਇਦ ਸਿਆਸਤਦਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਕੋਲੇ ਪੈਸਾ ਹੈਗਾ ਕਿੰਨਾ, ਪਰ ਇਕੱਠਾ ਉਹਨਾਂ ਨੇ ਫਿਰ ਵੀ ਕਰਨਾ ਹੁੰਦਾ। ਕਰਨਾ ਕਿਹਦੇ ਲਈ ਹੁੰਦਾ ਇਹ ਚੀਜ਼ ਨਹੀਂ ਸਮਝ ਆਉਂਦੀ। ਮਤਲਬ ਸਿਆਸਤ ਦੇ ਵਿੱਚ ਸਿੱਖਿਆ ਦੀ ਗੱਲ ਜਿਹੜੀ ਆ ਬਹੁਤ ਘੱਟ ਹੁੰਦੀ ਆ, ਸਿਆਸਤ ਦੇ ਵਿੱਚ ਸਿਹਤ ਸਹੂਲਤਾਂ ਦੀ ਗੱਲ ਬਹੁਤ ਘੱਟ ਹੁੰਦੀ ਆ। ਗੱਲ ਉਦੋਂ ਹੁੰਦੀ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਵੋਟਾਂ ਤੋਂ ਜਦੋਂ ਸੱਤਾ ਦੇ ਵਿੱਚ ਆ ਜਾਂਦੇ, ਉਦੋਂ ਬਾਅਦ ਗੱਲਾਂ ਨਹੀਂ ਹੁੰਦੀਆਂ, ਉਦੋਂ ਬਾਅਦ ਇਹ ਸਿਰਫ ਪੈਸੇ ਇਕੱਠੇ ਕਰਦੇ ਆ, ਪੈਸੇ ਇਕੱਠੇ ਕਰਕੇ ਇੱਧਰ ਹੋ ਗਏ ਅਤੇ ਸ਼ਾਇਦ ਉਦੋਂ ਸੱਤਾ ਦੇ ਨਸ਼ੇ ਦੇ ਵਿੱਚ ਇੰਨੇ ਕੁ ਚੂਰ ਹੁੰਦੇ ਆ, ਉਦੋਂ ਇਹ ਭੁੱਲ ਜਾਂਦੇ ਆ ਕਿ ਸ਼ਾਇਦ ਸਾਡੀ ਕਿਤੇ ਨਾ ਕਿਤੇ ਬਾਰੀ। ਉਦੋਂ ਤਾਂ ਇਹਨਾਂ ਨੂੰ ਐਂ ਹੁੰਦਾ ਕਿ ਯਾਰ ਅੱਜ ਵੀ ਅਸੀਂ MLA, ਕੱਲ੍ਹ ਨੂੰ ਵੀ ਅਸੀਂ MLA ਬਣ ਜਾਣਾ। ਕਿਉਂਕਿ ਲੋਕਾਂ ਨੂੰ ਨਾ ਇਹ ਮਤਲਬ ਜੁੱਤੀ ਥੱਲੇ ਲਾ ਕੇ ਰੱਖਦੇ ਆ। ਇਹਨਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਲੋਕ ਤਾਂ ਯਾਰ ਕੀੜੇ ਮਕੌੜੇ ਆ, ਅਸੀਂ ਉਹਨਾਂ ਤੋਂ ਵੋਟਾਂ ਲੈਣੀਆਂ ਨੇ, ਵੋਟਾਂ ਵੇਲੇ 4 ਪੈਸੇ ਸਿੱਟ ਦਾਂਗੇ, ਵੋਟਾਂ ਵੇਲੇ ਸ਼ਰਾਬਾਂ ਪੈ ਦਾਂਗੇ, ਵੋਟਾਂ ਵੇਲੇ ਹੋਰ ਕੁਛ ਕਰ ਦਾਂਗੇ, ਤਾਂ ਉਸ ਤੋਂ ਬਾਅਦ ਫਿਰ ਅਸੀਂ MLA ਬਣ ਜਾਣਾ, ਫਿਰ ਅਸੀਂ ਮੰਤਰੀ ਪਦ ਦੇ ਉੱਪਰ ਜਿਹੜਾ ਹੈਗਾ ਪਹੁੰਚ ਜਾਣਾ, ਅਤੇ ਉਸ ਤੋਂ ਬਾਅਦ ਫਿਰ ਇਹੀ ਅਸੀਂ ਘੁਟਾਲੇ ਕਰਦੇ ਰਹਾਂਗੇ। ਮਤਲਬ ਬਹੁਤੇ ਘੱਟ ਸਿਆਸਤਦਾਨ ਨੇ ਜਿਹੜੇ ਠੀਕ ਆ ਸਿਹਤ ਸਹੂਲਤਾਂ ਦੀ ਗੱਲ ਉਦੋਂ ਬਾਅਦ ਵੀ ਕਰਦੇ ਆ, ਜਿਹੜੇ ਆਪਣੇ ਸੂਬੇ ਦੀ ਗੱਲ ਉਦੋਂ ਬਾਅਦ ਵੀ ਕਰਦੇ ਆ। ਮਤਲਬ ਵੱਡੇ ਟੌਪ ਕਲਾਸ ਦੇ ਜਿਹੜੇ ਨਾਮ ਨੇ ਉਹ ਵੀ ਕਿੰਨੇ ਘੁਟਾਲਿਆਂ ਦੇ ਵਿੱਚ ਆਏ ਨੇ। ਹਾਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਕਿੰਨੇ ਘੁਟਾਲੇ ਜਿਹੜੇ ਹੈਗੇ ਉਹ ਸਾਹਮਣੇ ਆਉਣ। ਤਾਂ ਸਿੱਧਾ ਇੱਥੇ ਤਾਂ ਜਿਸ ਤਰ੍ਹਾਂ ਦੇ ਨਾਲ ਮੰਤਰੀਆਂ ਦੇ ਘੁਟਾਲੇ ਆ ਰਹੇ ਨੇ ਨਾ ਪਿਛਲੀਆਂ ਸਰਕਾਰਾਂ ਵਾਲਿਆਂ ਦੇ ਸਾਹਮਣੇ, ਤਾਂ ਇਹਦੇ ਵਿੱਚ ਕਹਿਣ ਦੇ ਵਿੱਚ ਮੈਂ ਕਹਿਣਾ ਵੀ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਇਹ ਜਿਹੜੇ ਮੰਤਰੀ ਹੁੰਦੇ ਨੇ ਇਹਨਾਂ ਨੇ ਸਿਰਫ ਪੈਸਾ ਕਮਾਉਣ ਦਾ ਸਾਧਨ ਬਣਾਇਆ ਹੁੰਦਾ। ਕਿਉਂਕਿ ਜੇਕਰ ਸੱਤਾ ਦੇ ਵਿੱਚ ਹੋਣਗੇ ਤਾਂ ਇਹ ਜਿਵੇਂ ਮਰਜ਼ੀ ਕਰਨ, ਜੋ ਮਰਜ਼ੀ ਜਿਸ ਤਰ੍ਹਾਂ ਦੇ ਨਾਲ ਮਰਜ਼ੀ ਪੈਸਾ ਕਮਾ ਲੈਣ, ਤਾਂ ਇਹਨਾਂ ਨੂੰ ਕੋਈ ਪੁੱਛਦਾ ਤਾਂ ਹੈ ਨਹੀਂ। ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵੀ ਪੁਲਿਸ ਵੀ ਸਾਡੀ ਜੇਬ ਦੇ ਵਿੱਚ ਆ, ਇਹਨਾਂ ਨੂੰ ਇਹ ਹੁੰਦਾ ਵੀ ਕੋਈ ਵੀ ਆਫਿਸਰ ਆ, ਕੋਈ ਵੀ ਸਰਕਾਰੀ ਮਹਿਕਮਾ ਉਹ ਵੀ ਸਾਡੀ ਜੇਬ ਦੇ ਵਿੱਚ ਆ, ਅਸੀਂ ਜੋ ਚੀਜ਼ ਕਰਨੀ ਆ ਉਹ ਕਰਾਂਗੇ, ਜੋ ਸਾਡੀ ਮਨਮਰਜ਼ੀ ਆ ਉਹ ਅਸੀਂ ਕਰਾਂਗੇ। ਇੱਕ ਹੋਰ ਵੀ ਆ, ਕਹਿੰਦੇ ਇਹ ਜ਼ਮੀਨਾਂ ਜਿਹੜੀਆਂ ਨੇ, ਜਦੋਂ ਮੈਂ ਪੜ੍ਹ ਰਿਹਾ ਸੀ, ਕਹਿੰਦੇ ਜ਼ਮੀਨਾਂ ਜਿਹੜੀਆਂ ਨੇ ਜਦੋਂ ਇਹ ਕੰਪਨੀ ਜਿਹੜੀ ਆ ਚੱਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਦੇ ਜਿਹੜੇ ਇਹਨਾਂ ਦੇ
ਨਹੀਂ ਹੁੰਦੇ ਆਸੇ-ਪਾਸੇ ਵਾਲੇ, ਆਪਦੇ ਰਿਸ਼ਤੇਦਾਰ, ਆਪਦੇ ਚਹੇਤੇ, ਉਸ ਤੋਂ ਬਾਅਦ ਉਹਨਾਂ ਨੂੰ ਜ਼ਮੀਨਾਂ ਜਿਹੜੀਆਂ ਉਹ ਵੰਡਤੀਆਂ। ਤਾਂ ਸਰਕਾਰੀ ਖਜ਼ਾਨੇ ਦੇ ਉੱਪਰ 125 ਕਰੋੜ ਦਾ ਚੂਨਾ ਲੱਗਿਆ। ਉਹ ਸਰਕਾਰੀ ਖਜ਼ਾਨੇ ਦੇ ਉੱਪਰ ਨਹੀਂ ਸੀ, ਉਹ ਸਰਕਾਰੀ ਖਜ਼ਾਨੇ ਦੇ ਉੱਪਰ ਸੀ, ਪਰ ਉਸ ਤੋਂ ਬਾਅਦ ਉਹ ਲੋਕਾਂ ਦੀ ਜੇਬ ਦੇ ਵਿੱਚ ਸੀ। ਉਹ ਆਮ ਲੋਕਾਂ ਦਾ ਪੈਸਾ ਸੀ, ਪਰ ਉਹ ਆਮ ਲੋਕਾਂ ਦਾ ਪੈਸਾ ਚੂਨਾ ਮੰਤਰੀ ਨੇ ਲਾਇਆ, ਗਿਆ ਕਿਹਦੇ ਕੋਲੇ? ਇਸ ਮੰਤਰੀ ਦੇ ਕੋਲੇ। ਇਹ ਤਾਂ ਕੋਈ ਦੋ ਰਾਏ ਨਹੀਂ ਯਾਰ। ਇਹਨਾਂ ਨੇ ਬਣਾਇਆ ਹੋਇਆ ਸਿਆਸਤ ਦੇ ਵਿੱਚੋਂ ਪੈਸਾ ਕਮਾਓ, ਉਸ ਤੋਂ ਬਾਅਦ ਬਾਹਰ ਭੱਜੋ, ਚਲੋ ਜੀ ਗੱਲ ਖਤਮ ਹੈ। ਜਸ ਤੁਸੀਂ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜਾ ਸਿਆਸਤਦਾਨ ਇਹਨਾਂ ਦੇ ਮੰਤਰੀ ਵਿਜੇ ਸਿੰਗਲਾ ਦੀ ਗੱਲ ਕਰੀਏ, ਇਸ ਦੇ ਨਾਲ ਹੀ ਫੌਜਾ ਸਰਾਰੀ ਦੇ ਵੀ ਦੋਸ਼ ਲੱਗੇ ਆ, ਵਿਰੋਧੀ ਪਾਰਟੀਆਂ ਨੇ ਲਾਏ ਆ। ਪਰ ਜੇ ਵਿਜੇ ਸਿੰਗਲਾ ਵਾਲਾ ਆਪਾਂ ਕੇਸ ਥੋੜਾ ਜਿਹਾ ਬਰੀਕੀ ਨਾਲ ਦੇਖੀਏ, ਮੁੱਖ ਮੰਤਰੀ ਸਾਹਿਬ ਆਪ ਇਨਵੋਲਵ ਸੀਗੇ ਇਹਦੇ ਵਿੱਚ। ਕੇਜਰੀਵਾਲ ਜੀ ਨੇ ਐਲਾਨ ਕੀਤਾ ਸੀਗਾ ਬਾਅਦ ਚੋਂ ਕਿ ਮੁੱਖ ਮੰਤਰੀ ਬਹੁਤ ਬਰੀਕੀ ਨਾਲ ਇਹਨੂੰ ਵਾਚ ਰਹੇ ਸੀ। ਤੇ ਹੁਣ ਜਿਹੜੇ ਫੜੇ ਗਏ ਆ ਉਹਨਾਂ ਨੂੰ ਕਿਵੇਂ ਟਰੈਪ ਨਾਲ ਲੱਖ ਰੁਪਈਆ ਲਾਇਆ ਗਿਆ, ਹਨਾ ਵੀ ਦਿੱਤੀ ਗਈ ਰਿਸ਼ਵਤ, ਸਾਰੀ ਟ੍ਰਾਂਜੈਕਸ਼ਨ। ਪਰ ਵਿਜੇ ਸਿੰਗਲਾ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਆਪ ਵਾਚ ਰਹੇ ਆ, ਉਹਨਾਂ ਨੂੰ ਕਿਸੇ ਵੀ ਉੱਚ ਅਧਿਕਾਰੀ ਨੇ ਸਲਾਹ ਨਹੀਂ ਦਿੱਤੀ ਕਿ ਕੋਈ ਟ੍ਰਾਂਜੈਕਸ਼ਨ ਹੋਣੀ ਚਾਹੀਦੀ ਹੈ? ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਉਹਨਾਂ ਦੇ ਖਿਲਾਫ ਤਾਂ ਉਹਦੀ ਕੋਈ ਸਬੂਤ ਨਹੀਂ ਬਣਦਾ ਸੀ। ਉਹ ਤਾਂ ਅੱਜ ਪੂਰੇ ਸਰਗਰਮ ਨੇ। ਕੋਈ ਜਦੋਂ ਉਹਨਾਂ ਦੇ ਖਿਲਾਫ ਸਬੂਤ ਪੱਕਾ ਬਣਦਾ ਹੀ ਨਹੀਂ ਸੀ, ਮੀਡੀਆ ਟ੍ਰਾਇਲ ਹੋ ਸਕਦਾ ਸੀਗਾ। ਜਿਹੜੇ ਵੀ ਕਿਹਾ ਸੀਗਾ ਸਿਰਫ ਆਡੀਓ ਲੀਕ ਹੋਈ ਆ। ਕੋਈ ਜਦੋਂ ਮੁੱਖ ਮੰਤਰੀ ਸਾਹਿਬ ਆਪ ਇਨਵੋਲਵ ਹੈ, ਕਿਸੇ ਨੇ ਉਹਨਾਂ ਨੂੰ ਦੱਸਿਆ ਹੀ ਨਹੀਂ। ਗੱਲ ਇਹ ਸਵਾਲ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ, ਇਹੀ ਸਵਾਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਵੱਲੋਂ ਵੀ ਉਠਾਇਆ ਗਿਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਵੱਲੋਂ ਇਹੀ ਗੱਲ ਕਹੀ ਹੈ। ਉਹ ਕਹਿੰਦੇ ਹਾਲਾਂਕਿ ਵੀ ਅਸੀਂ ਮਤਲਬ ਸਲਾਹਤਾ ਕਰਦੇ ਹਾਂ ਵੀ ਤੁਸੀਂ ਇੱਕ ਭ੍ਰਿਸ਼ਟ ਮੰਤਰੀ ਨੂੰ, ਤੁਸੀਂ ਕਹਿੰਦੇ ਹੋ ਇੱਕ ਭ੍ਰਿਸ਼ਟ ਮੰਤਰੀ ਨੂੰ ਤੁਸੀਂ ਗ੍ਰਿਫਤਾਰ ਕੀਤਾ ਸੀ, ਉਸ ਚੀਜ਼ ਦੀ ਸਲਾਹਤਾ ਕਰਦੇ ਹਾਂ। ਪਰ ਉਹ ਕਹਿੰਦੇ ਫੌਜਾ ਸਿੰਘ ਸਰਾਰੀ ਦੀ ਤਾਂ ਆਡੀਓ ਲੀਕ ਹੋ ਗਈ, ਫੌਜਾ ਸਿੰਘ ਸਰਾਰੀ ਦੀ ਆਡੀਓ ਜਿਹੜੀ ਹੈ ਸਾਹਮਣੇ ਆ ਗਈ, ਤੁਸੀਂ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ? ਉਸ ਤੋਂ ਬਾਅਦ ਭਾਜਪਾ ਦੀ ਗੱਲ ਕਰ ਲਈਏ, ਭਾਜਪਾ ਵੀ ਸੇਮ ਕਹਿੰਦੀ ਆ। ਭਾਜਪਾ ਕਹਿੰਦੀ ਹੈ ਕਿ ਚਲੋ ਠੀਕ ਆ, ਹਾਲਾਂਕਿ ਉਹਨਾਂ ਦਾ ਲੀਡਰ ਆ, ਉਹਨਾਂ ਨੇ ਇਹ ਤਾਂ ਕਿਉਂ ਕਹਿਣਗੇ ਕਿ ਸਾਡਾ ਲੀਡਰ ਜਿਹੜਾ ਕਰਪਟ ਆ, ਕਿਉਂਕਿ ਇਹ ਹੁੰਦਾ ਨਾ ਵੀ ਜਦੋਂ ਕਿਸੇ ਪਾਰਟੀ ਦੇ ਵਿੱਚ ਕੋਈ ਲੀਡਰ ਜਾਂਦਾ ਨਾ, ਇਹਨਾਂ ਕੋਲੇ ਨਾ ਗੌਰਵ ਇੱਕ ਵਾਸ਼ਿੰਗ ਪਾਊਡਰ ਆ ਯਾਰ। ਉਹ ਹਰ ਪਾਰਟੀ ਕੋਲੇ ਆ, ਉਹ ਆਮ ਆਦਮੀ ਪਾਰਟੀ ਕੋਲੇ ਵੀ ਆ, ਉਹ ਅਕਾਲੀ ਦਲ ਕੋਲੇ ਵੀ ਆ, ਉਹ ਕਾਂਗਰਸ ਕੋਲੇ ਵੀ ਆ, ਉਹ ਭਾਜਪਾ ਕੋਲੇ ਵੀ ਆ। ਇਹ ਜਾਣ ਤੋਂ ਆਪਦੇ ਜਿਹੜਾ ਹੈਗਾ ਹੱਥ ਫੈਲਾ ਕੇ ਆਪਦੀ ਛਾਤੀ ਨਾਲ ਲਾਉਣ ਤੋਂ ਪਹਿਲਾਂ ਨਾ ਉਹ ਵਾਸ਼ਿੰਗ ਪਾਊਡਰ ਦੇ ਨਾਲ ਮੰਤਰੀ ਧੋ ਦਿੰਦੇ ਆ। ਕੋਈ ਲੀਡਰ ਹੁੰਦਾ ਉਹਨੂੰ ਧੋ ਦਿੰਦੇ ਆ, ਉਹ ਸਾਫ਼ ਹੋ ਜਾਂਦਾ, ਉਦੋਂ ਬਾਅਦ ਇਹਨਾਂ ਕੋਲੇ ਵਗ ਜਾਂਦਾ, ਫਿਰ ਉਹ ਕਰਪਟ ਨਹੀਂ ਰਹਿੰਦਾ। ਉਹ ਤਾਂ ਕਿਉਂ ਕਹਿਣਗੇ ਵੀ ਕਰਪਟ ਆ? ਹਾਲਾਂਕਿ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਭ੍ਰਿਸ਼ਟ ਆ ਉਹਦੇ ਖਿਲਾਫ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ। ਉਹ ਇੱਥੋਂ ਤੱਕ ਵੀ ਕਹਿੰਦੇ ਕਿ ਹਜੇ ਇੱਕ ਪੱਖ ਆਇਆ, ਹਜੇ ਦੂਜਾ ਪੱਖ ਜਿਹੜਾ ਉਹ ਆ ਲੈਣ ਤੋਂ, ਮਤਲਬ ਹਾਲੇ ਉਹ ਪੂਰੀ ਤਰ੍ਹਾਂ ਦੇ ਨਾਲ ਮੰਨਦੇ ਨਹੀਂ ਵੀ ਸਾਡਾ ਲੀਡਰ ਜਿਹੜਾ ਉਹ ਭ੍ਰਿਸ਼ਟ ਆ। ਹਾਂ, ਉਹਨਾਂ ਨੇ ਸਵਾਲ ਆਮ ਆਦਮੀ ਪਾਰਟੀ ਤੇ ਖੜੇ ਕੀਤੇ ਆ। ਉਹ ਕਹਿੰਦੇ ਫੌਜਾ ਸਿੰਘ ਸਰਾਰੀ ਜਿਹੜੇ ਨੇ, ਜੇਕਰ ਇੱਕ ਮੰਤਰੀ ਨੂੰ, ਜਿਹੜਾ ਸਾਬਕਾ ਮੰਤਰੀ ਆ, ਉਹਨੂੰ ਜੇਲ੍ਹ ਦੇ ਅੰਦਰ ਕੀਤਾ ਜਾ ਸਕਦਾ, ਫਿਰ ਫੌਜਾ ਸਿੰਘ ਸਰਾਰੀ ਦੇ ਉੱਪਰ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ? ਵਿਜੇ ਸਿੰਗਲਾ ਨੂੰ ਇੱਕ ਵਾਰੀ ਤੁਸੀਂ ਜੇਲ੍ਹ ਦੀ ਹਵਾ ਖਵਾਈ ਆ, ਉਸ ਤੋਂ ਬਾਅਦ ਉਹ ਹੁਣ ਸ਼ਰੇਆਮ ਖੁੱਲ੍ਹੇਆਮ ਜਿਹੜੇ ਹੈਗੇ ਉਹ ਘੁੰਮ ਰਹੇ ਆ, ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ? ਹਾਂ, ਜਦੋਂ ਇਹ ਗੱਲਾਂ ਇਹਨਾਂ ਦੇ ਲੀਡਰਾਂ ਨੂੰ ਪੁੱਛਦੇ ਆ, ਚਾਹੇ ਉਹ ਭਗਵੰਤ ਸਿੰਘ ਮਾਨ ਹੋਣ, ਚਾਹੇ ਉਹ ਕਿਸੇ ਤੋਂ ਵੀ ਪੁੱਛੀਆਂ ਜਾਂਦੀਆਂ ਨੇ, ਸਵਾਲ ਜਿਹੜੇ ਪੁੱਛੇ ਜਾਂਦੇ ਆ ਕਿ ਫੌਜਾ ਸਿੰਘ ਸਰਾਰੀ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ ਜਾਂ ਵਿਜੇ ਸਿੰਗਲਾ ਖੁੱਲ੍ਹੇਆਮ ਕਿਉਂ ਨਹੀਂ, ਤਾਂ ਉਹ ਕਹਿੰਦੇ ਨੇ ਕਿ ਕਾਰਵਾਈ ਚੱਲ ਰਹੀ ਆ। ਤਾਂ ਇੱਥੇ ਇਹ ਤਾਂ ਸਵਾਲੀਆ ਚਿੰਨ੍ਹ ਆ ਸੁਭਾਵਿਕ ਤੌਰ 'ਤੇ ਕਿ ਜੇਕਰ ਹੋਰ ਕੋਈ ਮੰਤਰੀ ਦੇ ਖਿਲਾਫ ਤੁਹਾਨੂੰ ਕੋਈ ਸਬੂਤ ਮਿਲਦੇ ਆ, ਕੁਝ ਵੀ ਮਿਲਦਾ ਆ, ਤਾਂ ਝੱਟ ਦੇ ਨੇ ਫੜ ਕੇ ਜੇਲ੍ਹ ਦੇ ਅੰਦਰ ਤੁਸੀਂ ਜਿਹੜਾ ਹੈਗਾ ਉਹ ਕਰ ਦਿੰਦੇ ਹੋ। ਹਾਲਾਂਕਿ ਤੁਸੀਂ ਆਪਣੇ ਮੰਤਰੀ ਨੂੰ ਵੀ ਕੀਤਾ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਪਰ ਵਿਰੋਧੀ ਉਹਦੇ 'ਤੇ ਵੀ ਸਵਾਲ ਖੜੇ ਕਰ ਗਏ। ਵਿਰੋਧੀ ਕਹਿੰਦੇ ਕਿ ਉਦੋਂ ਚੋਣਾਂ ਸੀ, ਚੋਣਾਂ ਕਰਕੇ ਆਪਦੀ ਵਾਹਵਾ ਕੱਟਣ ਦੇ ਮਾਰਿਆਂ ਨੇ ਉਸ ਵੇਲੇ ਜਿਹੜਾ ਅੰਦਰ ਕੀਤਾ। ਹੁਣ ਉਹੀ ਮੰਤਰੀ ਜਿਹੜਾ, ਹਾਲਾਂਕਿ ਮੰਤਰੀ ਤਾਂ ਨਹੀਂ, ਹੁਣ ਤਾਂ MLA ਆ, ਹੁਣ ਉਹੀ MLA ਜਿਹੜਾ ਆ ਮੀਟਿੰਗਾਂ ਕਰਦਾ ਆ, ਉਸ ਤਰ੍ਹਾਂ ਦੇ ਨਾਲ ਬਿਲਕੁਲ ਸਰਗਰਮ ਆ। ਅਤੇ ਫੌਜਾ ਸਿੰਘ ਸਰਾਰੀ ਦੇ ਉੱਪਰ ਤਾਂ ਉਹ ਸ਼ਰੇਆਮ ਹੀ ਕਹਿੰਦੇ ਨੇ ਕਿ ਫੌਜਾ ਸਿੰਘ ਸਰਾਰੀ ਦੇ ਉੱਪਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਉਹ ਤਾਂ ਠੀਕ ਹੈ ਕਿ ਆਡੀਓ ਲੀਕ ਹੁੰਦੀ, ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੀ ਹੈ ਨਹੀਂ। ਤਾਂ ਇਹ ਸਵਾਲ ਜ਼ਰੂਰ ਨੇ ਕਿ ਉਹ ਕਹਿੰਦੇ ਕਿ ਜੇਕਰ ਭ੍ਰਿਸ਼ਟਾਚਾਰ ਦੇ ਖਿਲਾਫ ਤੁਸੀਂ ਜੰਗ ਲੜ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ, ਭ੍ਰਿਸ਼ਟ ਲੀਡਰਾਂ ਨੂੰ ਅੰਦਰ ਕਰਨਾ, ਭ੍ਰਿਸ਼ਟ ਮੰਤਰੀਆਂ ਨੂੰ ਅੰਦਰ ਕਰਨਾ, ਤਾਂ ਸਾਰੇ ਭ੍ਰਿਸ਼ਟ ਮੰਤਰੀਆਂ ਨੂੰ ਇੱਕ ਕਤਾਰ ਦੇ ਵਿੱਚ ਖੜਾ ਕਰੋ। ਇਹ ਹਾਲਾਂਕਿ ਮੈਂ ਇਹ ਵੀ ਕਹੂੰਗਾ ਕਿ ਜੇਕਰ ਵਾਕਿਆ ਦੇ ਵਿੱਚ ਇਹਨਾਂ ਦੇ ਮੰਤਰੀ ਵੀ ਭ੍ਰਿਸ਼ਟ ਨੇ, ਜੇਕਰ ਇਹਨਾਂ ਦੇ ਖਿਲਾਫ ਸਬੂਤ ਨੇ, ਹਾਲਾਂਕਿ ਵਿਜੇ ਸਿੰਗਲਾ ਦੇ ਖਿਲਾਫ ਤਾਂ ਜਿਵੇਂ ਤੁਸੀਂ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਖੁਦ ਕਹਿਤਾ ਕਿ ਸਾਡੇ ਕੋਲੇ ਸਬੂਤ ਸੀ, ਪ੍ਰੂਫ ਸੀ, ਤਾਂ ਫਿਰ ਇਹ ਵੀ ਸਵਾਲ ਆ ਕਿ ਜੇਕਰ ਸਬੂਤ ਪ੍ਰੂਫ ਸੀ ਤਾਂ ਉਹ ਹਾਲੇ ਤੱਕ ਜਿਹੜਾ ਹੈਗਾ ਬਾਹਰ ਕਿਉਂ ਫਿਰਦਾ ਹੈ? ਫਿਰ ਉਹਨੂੰ ਕਿਸੇ ਤਰ੍ਹਾਂ ਦਾ ਤੁਸੀਂ ਕਿਨਾਰੇ ਕਿਉਂ ਨਹੀਂ ਲਾਇਆ, ਕਿਸੇ ਪਾਸੇ ਕਿਉਂ ਲਾਇਆ? ਠੀਕ ਹੈ, ਜੇਲ੍ਹ ਦੀ ਹਵਾ ਤੁਸੀਂ ਖਵਾਤੀ। ਅਤੇ ਫਿਰ ਫੌਜਾ ਸਿੰਘ ਸਰਾਰੀ ਵੀ ਜੇਕਰ ਉਸੇ ਕਤਾਰ ਦੇ ਵਿੱਚ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਕਿਸੇ ਪਾਸੇ ਜ਼ਰੂਰ ਲਾਓ। ਮਤਲਬ ਜੇਕਰ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜ ਰਹੇ ਹੋ, ਭ੍ਰਿਸ਼ਟਾਚਾਰ ਦੇ ਖਿਲਾਫ ਕੁਛ ਕਰ ਰਹੇ ਹੋ,
ਤਾਂ ਇੱਕ ਨਜ਼ਰ ਨਾਲ ਸਭ ਨੂੰ ਦੇਖੋ, ਚਾਹੇ ਉਹ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਆ ਜਾਂ ਮੰਤਰੀ ਆ, ਚਾਹੇ ਕਾਂਗਰਸ ਦਾ ਆ, ਚਾਹੇ ਅਕਾਲੀ ਦਲ ਦਾ ਜਿਹੜਾ ਹੈਗਾ ਆ, ਚਾਹੇ ਉਹ ਭਾਜਪਾ ਦਾ, ਜੋ ਮਰਜ਼ੀ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਨਜ਼ਰ ਦੇ ਨਾਲ ਦੇਖਣਾ ਪੈਣਾ ਵੀ ਭ੍ਰਿਸ਼ਟਾਚਾਰ ਜੇ ਖਤਮ ਕਰਨਾ ਤਾਂ ਫਿਰ ਵਾਕਿਆ ਦੇ ਵਿੱਚ ਸਾਰਿਆਂ ਤੇ ਤਹਿ ਲਾਉਂਦੇ ਹੋ, ਜਿਵੇਂ ਕਹਿੰਦੇ ਨੇ ਵੀ ਫਿਰ ਸੁਹਾਗਾ ਫੇਰਨਾ ਤਾਂ ਸਾਰਿਆਂ ਤੇ ਫੇਰੋ ਇੱਕੋ ਜਿਹਾ, ਫਿਰ ਮੰਨਾਂਗੇ ਕਿ ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਤੁਸੀਂ ਜੰਗ ਲੜ ਰਹੇ ਹੋ। ਹਾਲਾਂਕਿ ਵੈਸੇ ਗੱਲ ਕਰੀਏ ਤਾਂ ਮਤਲਬ ਬਿਲਕੁਲ ਸਹੀ ਆ ਇਹ ਜਿੰਨਾ ਕੁ ਹੁਣ ਤੱਕ ਹੋਇਆ। ਇੱਕ ਗੱਲ ਹੋਰ ਜਿਹੜੀ ਮੇਨ ਰਹਿ ਗਈ, ਹੁਣ ਤੱਕ ਕਹਿੰਦੇ 17 ਤੋਂ ਲੈ ਕੇ 22 ਤੱਕ ਦਾ ਇੱਕ ਰਿਕਾਰਡ ਆ। ਉਹ ਰਿਕਾਰਡ ਦੇ ਵਿੱਚ ਵਿਜੀਲੈਂਸ ਨੇ ਹੁਣ ਤੱਕ ਰਿਸ਼ਵਤ ਲੈਂਦੀ ਫੜਿਆ। ਇਹ ਪਹਿਲਾ ਬੰਦਾ ਜਿਹੜਾ ਰਿਸ਼ਵਤ ਦਿੰਦਾ ਫੜਿਆ ਗਿਆ, ਇਹ ਤਾਂ ਉਹੀ ਮਾਰਿਆ ਗਿਆ। ਇਹ 17 ਤੋਂ 22 ਤੱਕ ਦਾ ਰਿਕਾਰਡ ਆ ਕਿ ਹੁਣ ਤੱਕ ਸ਼ਾਇਦ 782 ਹੈਗੇ ਆ ਬੰਦੇ ਫੜੇ, ਉਹਦੇ 'ਚ 60 ਕੁ ਆਫੀਸਰ ਨੇ ਉਹ ਫੜਿਆ। ਉਹ ਕਹਿੰਦੇ ਰਿਸ਼ਵਤ ਲੈ ਰਹੇ ਸੀ। ਇਹ ਵਿਚਾਰਾ ਕੀ ਕਰ ਰਿਹਾ ਸੀ, ਇਹ ਆਪ ਗਿਆ, ਆਪ ਜਾ ਕੇ ਕਹਿੰਦਾ ਲਓ ਜੀ ਰਿਸ਼ਵਤ ਲੈ ਲਓ ਹੈ, ਤੇ ਰਿਸ਼ਵਤ ਉਹ ਕਰਦਾ, ਇਹ ਫੜਿਆ ਗਿਆ। ਮਤਲਬ ਇਹ ਪਹਿਲਾਂ ਇਹ ਵੀ ਰਿਕਾਰਡ ਆ ਕਹਿੰਦੇ ਵਿਜੀਲੈਂਸ ਦਾ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਹੋਇਆ ਹੈਗਾ ਉਹ ਵੀ ਫੜਿਆ ਗਿਆ। ਹਾਲਾਂਕਿ ਜੇਕਰ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਹੋਇਆ ਬਹੁਤ ਸਹੀ ਆ, ਪਰ ਇੱਕ ਸਵਾਲ ਵੀ ਜ਼ਰੂਰ ਆ ਆਮ ਆਦਮੀ ਪਾਰਟੀ ਨੂੰ ਕਿ ਜੇਕਰ ਦੂਜਿਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਖਿਲਾਫ ਦੋਸ਼ ਲੱਗਦੇ ਨੇ, ਉਹਨਾਂ ਨੂੰ ਫੜ ਕੇ ਅੰਦਰ ਕਰਦੇ ਹੋ, ਤਾਂ ਸੁਭਾਵਿਕ ਤੌਰ 'ਤੇ ਜੇਕਰ ਤੁਹਾਡੇ ਆਪਣੇ ਮੰਤਰੀਆਂ ਦੇ ਉੱਪਰ ਵੀ ਲੱਗਦੇ ਨੇ ਤਾਂ ਉਹਨਾਂ ਨੂੰ ਵੀ ਇੱਕੋ ਨਜ਼ਰ ਦੇ ਨਾਲ ਵੇਖੋ, ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਹੀ ਕਰੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੂਜਿਆਂ ਨੂੰ ਜਿਹੜਾ ਹੈਗਾ ਉਹ ਕਰ ਰਹੇ ਹੋ। ਜਸ ਆਖਰ 'ਚ ਮੈਂ ਇੱਕ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਜ਼ਿਆਦਾ ਆਪਾਂ ਲੰਬੀ ਗੱਲ ਨਾ ਕਰੀਏ, ਪਰ ਜਿਹੜੇ ਇਹ ਮੁੱਦੇ ਆਉਂਦੇ ਆ ਜਾਂਦੇ ਰਹਿੰਦੇ ਆ, ਪਰ ਜਿਹੜਾ ਮੁਲਾਂਕਣ ਆ ਉਹ ਇਹਨਾਂ ਮੁੱਦਿਆਂ ਨਾਲ ਨਹੀਂ ਹੋ ਸਕਦਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ। 7 ਮਹੀਨੇ ਬੀਤ ਚੁੱਕੇ ਆ, ਹਾਲਾਂਕਿ ਅੰਨੇ ਭਗਤ ਕੁਛ ਵੀ ਕਹੀ ਜਾਣ, ਪਰ 7 ਮਹੀਨੇ ਬਹੁਤ ਹੁੰਦੇ ਆ ਕਿਸੇ ਰਾਜਸੀ ਪਾਰਟੀ ਦਾ ਸਫ਼ਰ ਦੇਖਣ ਲਈ, ਮੁਲਾਂਕਣ ਕਰਨ ਲਈ। ਤੁਸੀਂ ਕਿਵੇਂ ਦੇਖਦੇ ਹੋ? ਆਸੇ-ਪਾਸੇ ਮਾਹੌਲ ਦੇਖ ਰਹੇ ਆ ਆਪਾਂ, ਸਾਰਾ ਕੁਝ ਬੀਤ ਰਿਹਾ, ਸੰਖੇਪ 'ਚ ਕਿਵੇਂ ਦੇਖਦੇ ਹੋ? ਪਿਛਲੇ ਦਿਨ ਨਾ ਮੇਰੀ ਮਾਲਵਿੰਦਰ ਕੰਗ ਹੋਰਾਂ ਦੇ ਨਾਲ ਸਪੋਕਸਪਰਸਨ ਨੇ, ਉਹਦੇ ਨਾਲ ਇੰਟਰਵਿਊ ਹੁੰਦੀ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਆ। ਉਹ ਕਹਿੰਦੇ ਨੇ ਕਿ ਸਮਾਂ ਲੱਗ ਰਿਹਾ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਕਿ ਸਮਾਂ ਲੋਕ ਕਹਿੰਦੇ ਆ ਕਿ 7 ਮਹੀਨੇ ਹੋ ਗਏ, ਤੁਸੀਂ ਸਮਾਂ ਮਹੀਨਾ ਹੋਇਆ ਤੁਸੀਂ ਉਦੋਂ ਵੀ ਸਮਾਂ ਮੰਗਿਆ, 2 ਮਹੀਨੇ ਹੋ ਤੁਸੀਂ ਫੇਰ ਮੰਗੇ, 5 ਹੋ ਗਏ, ਹੁਣ 7 ਮਹੀਨੇ ਹੋ ਗਏ। ਮੈਂ ਕਿਹਾ ਤੁਸੀਂ ਐਵੇਂ ਸਮਾਂ ਮੰਗਦੇ 5 ਸਾਲ ਨਾ ਕੱਢ ਦਿਓ। ਤਾਂ ਉਹ ਕਹਿੰਦੇ ਵੀ ਸਾਨੂੰ ਪਤਾ ਅਸੀਂ ਵਾਅਦੇ ਬਹੁਤ ਕੀਤੇ ਆ, ਸਾਨੂੰ ਪਤਾ ਸਾਡੇ ਤੋਂ ਲੋਕਾਂ ਨੂੰ ਆਸਾਂ ਬਹੁਤ ਆ। ਉਹ ਕਹਿੰਦੇ ਅਸੀਂ ਪੂਰੀਆਂ ਕਰਾਂਗੇ ਆਸਾਂ, ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਪੂਰੀਆਂ ਕਰਾਂਗੇ। ਉਹ ਕਹਿੰਦੇ ਜੇਕਰ 5 ਸਾਲਾਂ ਦੇ ਵਿੱਚ ਅਸੀਂ ਕੋਈ ਕੰਮ ਨਾ ਕੀਤਾ ਤਾਂ ਲੋਕ ਸਾਨੂੰ ਵੀ ਕੰਨ ਤੋਂ ਫੜ ਕੇ ਪਾਸੇ ਬਿਠਾ ਦੇਣਗੇ, ਤੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ। ਤਾਂ ਹੁਣ ਮਤਲਬ ਜੇਕਰ ਇੱਕ ਗੱਲ ਹੋਰ ਵੀ ਹੈ, ਇੱਕ ਗੱਲ ਇੱਥੇ ਦੇਖਣ ਯੋਗ ਆ ਕਿ ਸ਼ਾਇਦ ਇੱਕ ਗੱਲ ਮੈਨੂੰ ਵੀ ਲੱਗਦੀ ਆ ਕਿ 1 ਸਾਲ ਦੇਖਣਾ ਚਾਹੀਦਾ। ਦੇਖੋ ਜਿੱਥੇ 7 ਮਹੀਨੇ ਦੇਖੇ ਆ, 1 ਸਾਲ ਦੇਖਣਾ ਚਾਹੀਦਾ। ਜੇਕਰ 1 ਸਾਲ ਦੇ ਵਿੱਚ ਲੋਕਾਂ ਨੂੰ ਲੱਗਦਾ ਜਾਂ ਕਿਸੇ ਨੂੰ ਵੀ ਲੱਗਿਆ ਕਿ ਯਾਰ ਹਾਂ ਥੋੜ੍ਹਾ ਜਿਹਾ ਪਾਸੇ ਹੋਏ ਆ, ਵੀ ਥੋੜ੍ਹੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਦੂਜਿਆਂ ਨਾਲੋਂ ਇਹਨਾਂ ਦੀਆਂ ਵੱਖਰੀਆਂ ਕੀਤੀਆਂ ਨੇ, ਤਾਂ ਫਿਰ ਹੌਲੀ ਹੌਲੀ ਸਮਾਂ ਪੈਣ 'ਤੇ ਮਤਲਬ ਆਪਾਂ ਕਹਿ ਸਕਦੇ ਹਾਂ ਕੁਛ ਕਰਨਗੇ। ਹਾਂ ਜੇਕਰ ਆਪਾਂ ਕਹੀਏ ਵੀ ਅੱਜ ਤੋਲ ਕੇ ਦੇਖ ਲਈਏ ਬਈ ਕਿਹੜਾ ਭਾਰਾ ਜਾਂ ਕਿਹੜਾ ਹਲਕਾ, ਤਾਂ ਉਹ ਚੀਜ਼ ਸ਼ਾਇਦ ਅੱਜ ਦੇ ਟਾਈਮ 'ਚ ਕਹਿਣਾ ਤਾਂ ਬਹੁਤ ਜਲਦੀ ਹੋਊਗਾ ਕਿ ਯਾਰ ਅਸੀਂ ਅੱਜ ਹੀ ਇਹਨਾਂ ਨੂੰ ਤੱਕੜੀ ਦੇ ਵਿੱਚ ਤੋਲਤਾ ਕਿ ਨਹੀਂ ਇਹ ਤਾਂ ਮਾੜੇ ਆ ਚੰਗੇ ਆ। ਹਾਲੇ ਨਹੀਂ ਕਿਹਾ ਜਾ ਸਕਦਾ ਇਹ ਮਾੜੇ ਆ ਜਾਂ ਚੰਗੇ ਆ। ਇੱਕ ਚੀਜ਼ਾਂ ਹੋਰ ਨੇ, ਕਿਉਂਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀ, ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਬਾਦਲ ਪਰਿਵਾਰ ਆ ਜਾਂਦਾ, ਕੈਪਟਨ ਆ ਜਾਂਦਾ, ਨਾ ਤਾਂ ਕੈਪਟਨ ਬਾਦਲ ਕਹਿੰਦੇ ਕੋਈ ਕਾਰਵਾਈ ਕਰਦੇ ਆ, ਨਾ ਬਾਦਲ ਕੇ ਜਿਹੜੇ ਉਹ ਕੈਪਟਨ ਕੇ ਬਾਦਲ ਕਹਿੰਦੇ ਕੋਈ ਕਾਰਵਾਈ ਕਰਦੇ ਆ, ਹੈ ਨਾ। ਤਾਂ ਹੁਣ ਜਿਸ ਤਰ੍ਹਾਂ ਦੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ 2-4 ਮੰਤਰੀ ਚੱਕੇ ਆ, ਚਲੋ ਇਹ ਵੀ ਮੰਨ ਲੈਂਦੇ ਆ ਵੀ ਸ਼ਾਇਦ ਕੋਈ ਨਿੱਜੀ ਰੰਜਿਸ਼ ਕਰਕੇ ਚੱਕੇ ਹੁਣ ਵੀ ਯਾਰ ਸਾਡੀ ਪਾਰਟੀ ਦੇ ਨਹੀਂ ਹੈਗੇ ਦੂਜੀ ਪਾਰਟੀ ਦੇ ਆ, ਚੱਕੇ ਤਾਂ ਗਏ ਆ ਨਾ ਕੁਛ ਤਾਂ ਹੋਇਆ ਨਾ। ਮਤਲਬ ਹਾਲੇ ਤੋਂ ਇਹ ਕਹਿਣਾ ਚੰਗੇ ਆ ਜਾਂ ਮਾੜੇ ਆ ਉਹ ਹਾਲੇ ਸਮਾਂ ਸਹੀ ਨਹੀਂ। ਹਾਂ ਕੰਮ ਜੋ ਸਰਕਾਰ ਜੇਕਰ ਅੱਜ ਕੋਈ ਮਾੜਾ ਕੰਮ ਕਰਦੀ ਆ, ਸਾਡਾ ਫਰਜ਼ ਆ ਉਹਦੇ ਖਿਲਾਫ ਬੋਲਣਾ, ਅਸੀਂ ਉਹ ਵੀ ਉਦੋਂ ਹੀ ਬੋਲਦੇ ਹਾਂ। ਜੇ ਕੋਈ ਚੰਗਾ ਕੰਮ ਕਰਦੀ ਆ ਉਹਦੀ ਸਲਾਹਿਤਾ ਕਰਨਾ, ਇਹ ਵੀ ਸਾਡਾ ਫਰਜ਼ ਆ। ਹਾਂ ਸਾਲ ਬਾਅਦ 1.5 ਸਾਲ ਬਾਅਦ ਜਦੋਂ ਇੱਕ ਚੀਜ਼ ਦਾ ਪਤਾ ਲੱਗਿਆ ਕਿ ਸਰਕਾਰ ਕਿਸ ਤਰ੍ਹਾਂ ਦੇ ਨਾਲ ਆ, ਪਹਿਲਾਂ ਵਾਲੀਆਂ ਨੂੰ ਹਲਕੀ ਆ ਜਾਂ ਪਹਿਲਾਂ ਵਾਲੀਆਂ ਨੂੰ ਭਾਰੀ ਆ, ਤਾਂ ਸੁਭਾਵਿਕ ਤੌਰ 'ਤੇ ਬੋਲਾਂਗੇ। ਲੋਕਾਂ ਦੇ ਵਿੱਚ ਵੀ ਸਰਵੇ ਕਰਾਂਗੇ ਸਾਲ ਬਾਅਦ ਜਾਂ ਸਵਾ ਸਾਲ ਬਾਅਦ ਕਿ ਲੋਕ ਕੀ ਸੋਚਦੇ ਆ, ਵੀ ਲੋਕ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ, ਉਹ ਚੀਜ਼ਾਂ ਜ਼ਰੂਰ ਜਿਹੜੀਆਂ ਹੈਗੀਆਂ ਉਹ ਕਰਾਂਗੇ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਪਸ਼ਟ ਤੌਰ 'ਤੇ ਕਹਿਣਾ ਕਿ ਚੰਗੀ ਆ ਜਾਂ ਮਾੜੀ ਆ, ਮੈਨੂੰ ਲੱਗਦਾ ਹਜੇ ਥੋੜ੍ਹਾ ਜਿਹਾ ਸਮਾਂ ਜਿਹੜਾ ਹੋਰ ਜ਼ਰੂਰ ਦੇਣਾ ਚਾਹੀਦਾ। 1 ਸਾਲ ਤਾਂ ਕਮ ਸੇ ਕਮ ਚਾਹੀਦਾ, ਕਿ ਹਾਲਾਂਕਿ ਇਹਨਾਂ ਦੇ ਆਪ ਦੇ ਲੀਡਰ ਵੀ ਕਹਿੰਦੇ ਕਿ ਹਾਲੇ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਸੰਭਲਣ, ਮਤਲਬ ਕਹਿੰਦੇ ਨਹੀਂ ਹੁੰਦੇ ਜਿਵੇਂ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਬਹੁਤ ਲੁੱਟਿਆ ਇਹਨਾਂ ਨੇ, ਬਹੁਤ ਕੁੱਟਿਆ, ਉਹ ਸੰਭਾਲਣ ਦੇ ਲਈ ਸਾਨੂੰ ਥੋੜ੍ਹਾ ਜਿਹਾ ਸਮਾਂ ਲੱਗੂਗਾ, ਤਾਂ ਉਹ ਸਮਾਂ ਮਿਲਣਾ ਚਾਹੀਦਾ। ਸੁੱਚਾ ਸਿੰਘ ਛੋਟੇਪੁਰ ਉਹਨਾਂ ਦੇ ਨਾਲ ਮੁਲਾਕਾਤ ਹੋਈ, ਉਹ ਕਹਿੰਦੇ ਕਿ ਯਾਰ ਹਜੇ ਥੋੜ੍ਹਾ ਸਮਾਂ ਇਹਨਾਂ ਨੂੰ ਜ਼ਰੂਰ ਚਾਹੀਦਾ, ਸਾਲ ਕੁ ਦਾ ਸਮਾਂ ਦੇ ਦਿਓ, ਉਸ ਤੋਂ ਬਾਅਦ ਕਹਿੰਦੇ ਜਿਵੇਂ ਵੀ ਹੈ ਫਿਰ ਉਹ ਤਾਂ ਅਸੀਂ ਦੇਖਾਂਗੇ ਜੀ। ਸ਼ੁਕਰੀਆ ਜਸ। ਸੋ ਇਹ ਸਨ ਜਸ ਗਰੇਵਾਲ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਸਿਆਸਤ ਆ ਜਿਹੜੀ ਇੱਕ ਵਪਾਰ ਦਾ ਧੰਦਾ ਬਣ ਕੇ ਰਹਿ ਗਈ ਆ,
ਤੇ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਵੀ ਖੜੇ ਕੀਤੇ ਆ ਪ੍ਰਸ਼ਨ ਦੇ ਜਿਹੜੇ ਉਹਨਾਂ ਦੇ ਆਪ ਦੇ ਉੱਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਦੂਜੇ ਪਾਰਟੀਆਂ ਦੇ ਲੀਡਰ ਤਾਂ ਫੜੇ ਆ ਪਰ ਆਪ ਦੇ ਉੱਤੇ ਜਿਹੜੀ ਕਾਰਵਾਈ ਕਰਨ ਸਮੇਂ ਥੋੜੇ ਢਿੱਲੇ ਰਹਿ ਜਾਂਦੇ ਆ ਤੇ ਮੁਲਾਂਕਣ ਉਹ ਕਰਨ ਕਹਿ ਰਹੇ ਆ ਕਿ ਸਾਲ ਦਾ ਸਮਾਂ ਜਿਹੜਾ ਉਹ ਘੱਟੋ ਘੱਟ ਪਾਰਟੀ ਨੂੰ ਦੇਣਾ ਚਾਹੀਦਾ। ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਨਾਲ, ਮੈਂ ਹਾਂ ਗੌਰਵ, ਧੰਨਵਾਦ।